ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਸਭ ਤੋਂ ਪਹਿਲਾਂ ਪਹਿਲੇ ਸੈਗਮੈਂਟ ਤੋਂ ਸ਼ੁਰੂਆਤ ਕਰਾਂਗੇ ਜੀ। ਗੱਲ ਕਰਾਂਗੇ ਪੰਜਾਬ ਦੀਆਂ ਮੁੱਖ ਖਬਰਾਂ ਦੀ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ ਸਰ, ਮੋਹਾਲੀ ਦੇ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਟ ਆਫਿਸ ਤੇ ਹਮਲਾ ਕੀਤਾ ਗਿਆ ਤੇ ਸੀਨੀਅਰ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਰॉकेट ਪ੍ਰੋਪੈਲਡ ਗ੍ਰੇਨੇਡ ਦਾ ਇਸਤੇਮਾਲ ਕੀਤਾ ਗਿਆ ਪੰਜਾਬ ਦੇ ਵਿੱਚ ਪਹਿਲੀ ਵਾਰ। ਤੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਸ ਨੇ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਤੇ ਦੇਖੋ, ਸੀਐਮ ਭਗਵੰਤ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਹੈ, ਵੀ ਐਪਰੀਸ਼ੀਏਟ, ਬਟ ਸਭ ਤੋਂ ਇਹ ਨਾ ਬਹੁਤ ਹੀ ਡੇਂਜਰਸ ਸਿਚੁਏਸ਼ਨ ਬਣਦੀ ਜਾ ਰਹੀ ਹੈ। ਲਾਅ ਐਂਡ ਆਰਡਰ ਦੇ ਉੱਤੇ ਸਾਡਾ ਬਹੁਤ ਹੀ ਪ੍ਰੋਐਕਟਿਵ ਨਜ਼ਰ। ਆਪਾਂ ਹਰ ਵਾਰੀ ਆਪਾਂ ਕਹਿੰਦੇ ਹਾਂ ਕਿ ਪੰਜਾਬ ਗੌਰਮੈਂਟ ਨੂੰ ਆਪਣੀਆਂ ਪ੍ਰਾਇਓਰਟੀਜ਼ ਸਹੀ ਸੈੱਟ ਕਰਨੀਆਂ ਪੈਣਗੀਆਂ। ਮੈਂ ਨਾ ਇੱਕ ਐਗਜ਼ਾਮਪਲ, ਆਈ ਡੋਂਟ ਨੋ ਕਿੰਨੇ ਲੋਕ ਇਹਨਾਂ ਰਿਲੇਟ ਕਰਨਗੇ। ਕੋਈ ਬੰਦਾ ਜਦੋਂ ਇੱਕ ਨਵੀਂ ਜੌਬ 'ਚ ਜਾਂਦਾ ਰਾਈਟ, ਉਹ ਤੇ ਪਹਿਲੇ 6 ਮਹੀਨੇ ਬੜੇ ਮੈਟਰ ਕਰਦੇ ਨੇ, ਉਹਦੇ ਬੇਸਿਸ ਤੇ ਉਹਦੀ ਇਮੇਜ ਬਣ ਜਾਂਦੀ ਹੈ। ਅੱਜ ਪੰਜਾਬ ਦੀ ਜਨਤਾ ਨੇ ਸੀਐਮ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਲਈ ਚੁਣਿਆ ਹੈ ਨਾ, ਤੇ ਇਹ ਉਹਨਾਂ ਦੀ ਜੌਬ ਦੇ ਐਜ਼ ਸੀਐਮ, ਇਟਸ ਅ ਜੌਬ, ਠੀਕ ਹੈ ਨਾ। ਤੁਸੀਂ ਜਨਤਾ ਦੀ ਸੇਵਾ 'ਚ ਆਏ ਹੋ, ਇਹਨੂੰ ਇਹ ਨਹੀਂ ਕਿ ਯੂ ਆਰ ਨਾਟ ਹੇਅਰ ਟੂ ਰੂਲ, ਯੂ ਆਰ ਹੇਅਰ ਟੂ ਸਰਵ ਦੀ ਪੀਪਲ। ਪਹਿਲੇ 6 ਮਹੀਨੇ 'ਚੋਂ ਕੀ ਕਰਦੇ ਨੇ, ਇਹ ਉਹਨਾਂ ਦਾ ਇੰਪ੍ਰੈਸ਼ਨ ਬੜੇ ਲੌਂਗ ਟਰਮ ਤੱਕ ਜਾਏਗਾ। ਇਹਦਾ ਇੰਪੈਕਟ ਆਮ ਆਦਮੀ ਪਾਰਟੀ ਦੇ ਨੈਸ਼ਨਲ ਪਰਫਾਰਮੈਂਸ ਦੇ ਉੱਤੇ ਵੀ ਪਏਗਾ। ਤੇ ਉਸ ਤੋਂ ਇਲਾਵਾ ਜਦੋਂ ਇਹੋ ਜਿਹੇ ਕੋਰ ਮੁੱਦੇ ਜਿਸ ਸਟੇਟ ਦੇ ਵਿੱਚ ਹੋਣ, ਜਿੱਥੇ ਸੈਪਰੇਟਿਸਟ ਮੂਵਮੈਂਟ 'ਚੋਂ ਕਈ ਦਸ਼ਕਾਂ ਤੱਕ ਅਸੀਂ ਨਿਕਲੇ ਹੋਈਏ, ਅੱਜ ਦੁਬਾਰਾ ਜਿਹੜਾ ਉਹਨੂੰ ਫਲੇਅਰ ਕਰਨ ਦੇ ਸਾਡੇ ਦੁਸ਼ਮਣ ਜਿਹੜੇ ਦੇਸ਼ ਦੇ ਐਲੀਮੈਂਟਸ ਨੇ ਉਹਦੀ ਕੋਸ਼ਿਸ਼ ਕਰ ਰਹੇ ਹੋਣ, ਫੌਰਨ ਬੈਠ ਕੇ ਕਈ ਏਜੰਸੀਆਂ ਜਿਹੜੀਆਂ ਸਾਡੇ ਪੰਜਾਬ ਦੇ ਥਰੂ ਦੇਸ਼ ਨੂੰ ਵੀਕ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਹੋਣ, ਉੱਥੋਂ ਦੇ ਸੀਐਮ ਦੇ ਉੱਤੇ ਬਹੁਤ ਹੀ ਜ਼ਿੰਮੇਵਾਰੀ ਐਕਸਟਰਾ ਬਣ ਜਾਂਦੀ ਹੈ। ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਤੇ ਇਸ ਵੇਲੇ ਉਹਨਾਂ ਨੂੰ ਸਾਬਿਤ ਕਰਨਾ ਪਏਗਾ ਕਿ ਹੀ ਇਜ਼ ਅਪ ਟੂ ਇਟ, ਕਿ ਉਹ ਇਸ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾ ਸਕਦੇ ਨੇ। ਉਹਨਾਂ ਟਾਈਮ ਤੇ ਜਦੋਂ ਇਹੋ ਜਿਹੀਆਂ ਡਿਸਟਰੈਕਸ਼ਨਸ ਆਉਂਦੀਆਂ ਨੇ ਕਿ ਕਿਸੇ ਹੋਰ ਲੀਡਰ ਦੀ ਟਵੀਟ ਦੇ ਕਾਰਨ ਅਸੀਂ ਗਏ, ਤੁਸੀਂ ਆਪਣੇ ਆਪ ਨੂੰ ਵੀਕ ਸਾਬਿਤ ਕਰਦੇ ਹੋ, ਤੁਹਾਡੇ ਕੋਲ ਇਹਨਾਂ ਚੀਜ਼ਾਂ ਦਾ ਜਵਾਬ ਨਹੀਂ ਰਹਿੰਦੇ। ਇਸ ਵੇਲੇ ਬੜਾ ਜ਼ਰੂਰੀ ਹੈ ਕਿ ਸਾਡੇ ਸੀਐਮ, ਪੁਲਿਸ ਦਾ ਫੋਕਸ ਲਾਅ ਐਂਡ ਆਰਡਰ, ਡਰੱਗਸ, ਇਹਨਾਂ ਸਾਰੀਆਂ ਚੀਜ਼ਾਂ ਉੱਤੇ ਪੂਰੇ ਧਿਆਨ ਰਹਿਣ। ਤੇ ਸਪੈਸ਼ਲੀ ਜਿਹੜਾ ਇੰਟਰਨੈਸ਼ਨਲ ਅਕ੍ਰੋਸ ਜਿਹੜਾ ਸੈਪਰੇਟਿਸਟ ਮੂਵਮੈਂਟ ਦਾ ਜਿਹੜਾ ਇੱਕ ਵਾਰੀ ਦੁਬਾਰਾ ਬਹਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਬਿਲਕੁਲ ਨਾ ਬਣੇ। ਇਹ ਉਹਨਾਂ ਦੀ ਹਜੇ ਉਹਨਾਂ ਨੂੰ ਥੋੜ੍ਹੇ ਕੁਛ ਦਿਨ ਹੀ ਹੋਏ ਨੇ, ਤੇ ਆਈ ਐਮ ਸ਼ੋਰ ਕਿ ਹੌਲੀ ਹੌਲੀ ਉਹ ਇਸ ਚੀਜ਼ ਦੇ ਵਿੱਚ ਹੋਰ ਮੈਚਿਓਰ ਹੋਣਗੇ, ਆਪਣੇ ਰੋਲ ਦੇ ਵਿੱਚ ਹੋਰ ਡੀਪਲੀ ਜਾਣਗੇ ਤੇ ਇਹਨੂੰ ਬੈਟਰ ਹੈਂਡਲ ਕਰਨਗੇ। ਉਹਨਾਂ ਨੂੰ ਬਹੁਤ ਹੀ ਇਸ ਵੇਲੇ ਆਇਡੈਂਟੀਫਾਈ ਕਰਨ ਦੀ ਲੋੜ ਹੈ ਜਿਹੜੇ ਸਮਾਰਟ ਪੁਲਿਸ ਆਫੀਸਰਸ, ਐਕਸਪੀਰੀਅੰਸ ਪੁਲਿਸ ਆਫੀਸਰ, ਪੈਸ਼ਨੇਟ ਜਿਹੜੇ ਦੇਸ਼ ਭਗਤ ਪੁਲਿਸ ਆਫੀਸਰ ਨੇ, ਉਹਨਾਂ ਨੂੰ ਆਇਡੈਂਟੀਫਾਈ ਕਰਨ ਦੀ ਲੋੜ ਹੈ। ਜਿਹੜੇ ਕਰਪਟ ਪੁਲਿਸ ਆਫੀਸਰ ਨੇ, ਜਿਨ੍ਹਾਂ ਤੇ ਆਲਰੇਡੀ ਜਿਹੜੇ ਦਾਗੀ ਨੇ, ਉਹਨਾਂ ਨੂੰ ਇਹੋ ਜਿਹੇ ਕੀ ਰੋਲਸ ਤੋਂ ਹਟਾਉਣ ਦੀ ਲੋੜ ਹੈ। ਤਾਈਓ ਤੁਸੀਂ ਇੱਕ ਪ੍ਰੋਪਰ ਟੀਮ ਬਣਾ ਕੇ, ਇੱਕ ਕਮਾਂਡ ਸੈਂਟਰ ਬਣਾ ਕੇ ਇਹ ਸਿਚੁਏਸ਼ਨ ਨੂੰ ਸੋਲਵ ਕਰ ਸਕਦੇ ਹੋ। ਹੁਣ ਤੁਸੀਂ ਵੇਖੋ, ਲਾਂਚਰ ਪ੍ਰੋਪੈਲਡ ਜੇ ਗ੍ਰੇਨੇਡ ਦਾ ਅਟੈਕ ਹੋਇਆ ਹੈ, ਇਹਦਾ ਮਤਲਬ ਕਿਸ ਲੈਵਲ ਦੇ ਹਥਿਆਰ ਜਿਹੜੇ ਲੋਕੀ ਇੱਥੇ ਅਨਰੈਸਟ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਪਹੁੰਚਾਏ ਜਾ ਚੁੱਕੇ ਨੇ। ਇਹ ਤੇ ਉਹ ਅਟੈਕ ਕਰਕੇ ਚਲੇ ਗਏ। ਇਹ ਤੇ ਚਲੋ ਅਟੈਕ ਇਹੋ ਜਿਹਾ ਸੀ, ਬਾਈ ਚਾਂਸ ਜਾਨੀ ਮਾਲੀ ਨੁਕਸਾਨ ਜ਼ਿਆਦਾ ਨਹੀਂ ਹੋਇਆ, ਜਾਨੀ ਨੁਕਸਾਨ ਤਾਂ ਹੋਇਆ ਨਹੀਂ, ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਟ ਇਟਸ ਸਟਿਲ ਐਨ ਅਟੈਕ ਔਨ ਦੀ ਪੁਲਿਸ ਫੋਰਸ। ਆਮ ਜਨਤਾ ਕੀ ਫੀਲ ਕਰੇਗੀ ਜਦੋਂ ਇੰਟੈਲੀਜੈਂਸ ਹੈੱਡਕੁਆਟਰ ਸਾਡੀ ਪੰਜਾਬ ਪੁਲਿਸ ਦਾ ਸੇਫ ਨਹੀਂ ਹੈ? ਤੇ ਤੁਸੀਂ ਦੱਸੋ ਆਮ ਆਦਮੀ ਕਿਵੇਂ ਸੇਫ ਫੀਲ ਕਰੇਗਾ? ਆਪਣੇ ਆਪ ਹੀ ਡਿਸਟਰਸਟ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਜਿਹੜੇ ਸਾਡੀ ਪੰਜਾਬ ਗੌਰਮੈਂਟ ਦੀਆਂ ਹੋਰ ਰਿਸਪੌਂਸਿਬਿਲਿਟੀਜ਼ ਨੇ, ਲਾਅ ਐਂਡ ਆਰਡਰ ਤੋਂ ਇਲਾਵਾ ਵੀ ਬੜੀਆਂ ਰਿਸਪੌਂਸਿਬਿਲਿਟੀਜ਼ ਨੇ। ਸਾਡੇ ਇੱਥੋਂ ਦੀ ਇਕਨੋਮਿਕ ਗਰੋਥ, ਸਾਡੀ ਜਿਹੜੀ ਫਾਈਨੈਂਸ਼ੀਅਲ ਹੈਲਥ ਹੈ, ਇੱਥੋਂ ਦੀ ਇਨਵੈਸਟਮੈਂਟ ਆਨ। ਮੈਨੂੰ ਦੱਸੋ ਇਹ ਖਬਰ ਤੋਂ ਬਾਅਦ ਕਿਵੇਂ ਜਿਹੜਾ ਇਨਵੈਸਟਰ ਲੈਟਸ ਸੇ ਗੁਜਰਾਤ 'ਚ ਬੈਠਾ, US 'ਚ ਬੈਠਾ, ਕੈਨੇਡਾ 'ਚ ਬੈਠਾ, ਉਹ ਕਿਵੇਂ ਇੱਥੇ ਇਨਵੈਸਟ ਕਰੇਗਾ? ਕਿਵੇਂ ਲੋਕੀ ਆਪਣੇ ਬੱਚਿਆਂ ਨੂੰ ਕਹਿਣਗੇ ਕਿ ਤੁਸੀਂ ਪੰਜਾਬ 'ਚ ਨੌਕਰੀ ਕਰੋ? ਭਾਵੇਂ ਦੂਜੀ ਸਟੇਟ ਤੋਂ ਟੈਲੈਂਟ ਇੱਥੇ ਕਿਵੇਂ ਆਏਗਾ, ਜਾਂ ਇੱਥੋਂ ਦਾ ਟੈਲੈਂਟ ਕਿਉਂ ਨਹੀਂ ਇੱਥੋਂ ਜਾਣ ਦੀ ਕੋਸ਼ਿਸ਼ ਕਰੇਗਾ? ਇਹ ਸਾਰੀਆਂ ਚੀਜ਼ਾਂ ਦਾ ਜਵਾਬ ਇਸ ਵੇਲੇ ਸਟੇਟ ਗੌਰਮੈਂਟ ਨੂੰ ਦੇਣ ਦੀ ਲੋੜ ਹੈ, ਤੇ ਨੈਸ਼ਨਲ ਗੌਰਮੈਂਟ ਨੂੰ ਇਸ ਵੇਲੇ ਪੰਜਾਬ ਗੌਰਮੈਂਟ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ, ਤਾਂ ਕਿ ਇਹ ਇਸ਼ੂ ਸਿਰਫ ਪੰਜਾਬ ਦਾ ਇਸ਼ੂ ਨਹੀਂ ਹੈ, ਪੂਰੇ ਦੇਸ਼ ਦਾ ਇਸ਼ੂ ਹੈ। ਇਸ ਕਰਕੇ ਇਹਦੇ ਵਿੱਚ BJP ਸਰਕਾਰ ਨੂੰ ਵੀ, ਸੈਂਟਰਲ ਗੌਰਮੈਂਟ ਨੂੰ ਵੀ ਫੁੱਲ ਫਲੈਜਡ ਸਪੋਰਟ, ਸਟੇਟ ਗੌਰਮੈਂਟ ਜੋ ਵੀ ਰਿਸੋਰਸਿਸ ਚਾਹੀਦੇ ਨੇ, ਜੋ ਵੀ ਇਨਪੁਟਸ ਚਾਹੀਦੀਆਂ, ਜੋ ਵੀ ਇੰਟੈਲੀਜੈਂਸ ਚਾਹੀਦੀ ਹੈ, ਜਿਹੜੀ ਵੀ ਟੈਕਨੋਲੋਜੀ ਦੀ ਲੋੜ ਹੈ, ਤਾਂ ਕਿ ਅਸੀਂ ਪੰਜਾਬ ਨੂੰ ਬਿਲਕੁਲ ਇੱਕ ਸੇਫ ਸਟੇਟ ਬਣਾ ਪਾਈਏ। ਸਰ, ਸਿਕਿਉਰਿਟੀ ਕ੍ਰਾਈਸਿਸ ਦੀ ਜੇ ਗੱਲ ਕਰੀਏ ਕਿ ਕੁਝ ਕੁ ਦਿਨ ਪਹਿਲਾਂ ਵੀ ਖਬਰ ਆਈ ਸੀਗੀ ਕਿ ਕਰਨਾਲ ਦੇ ਵਿੱਚ ਪਾਕਿਸਤਾਨ ਤੋਂ ਜੁੜੇ 4 ਸਸਪੈਕਟਡ ਟੈਰਰਿਸਟ ਅਰੈਸਟ ਕੀਤੇ ਗਏ। ਉਸ ਤੋਂ ਬਾਅਦ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਵੀ RDX ਬਰਾਮਦ ਕੀਤਾ ਗਿਆ। ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਬੁੜੈਲ ਜੇਲ੍ਹ ਦੇ ਕੋਲ ਵਿਸਫੋਟਕ ਪਦਾਰਥ ਬਰਾਮਦ ਕੀਤੇ ਗਏ। ਇਹ ਕੜੀਆਂ ਸਰ ਜੁੜਦੀਆਂ ਨਜ਼ਰ ਆ ਰਹੀਆਂ ਨੇ? ਬਿਲਕੁਲ ਜੁੜਦੀਆਂ ਨਜ਼ਰ ਆ ਰਹੀਆਂ ਨੇ, ਤੇ ਜੁੜਦੀਆਂ ਸਿਰਫ ਇਹ ਅਨਰੈਸਟ ਜਿਹੜਾ ਹੈਗਾ ਹੈ ਸਿਰਫ ਸੈਪਰੇਟਿਸਟ ਮੂਵਮੈਂਟ ਨਾਲ ਨਹੀਂ, ਇਹ ਜਿਹੜੀ ਡਰੱਗਸ ਦੀ ਮੂਵਮੈਂਟ ਹੈ ਉਹਨਾਂ ਨਾਲ ਵੀ ਜੁੜਦੀਆਂ ਨੇ।
ਹੁਣ ਹੁੰਦਾ ਕੀ ਹੈ ਕਿ ਕਰਪਟ ਆਫਿਸਰ ਸ਼ਾਇਦ ਉਹਨੂੰ ਉਹ ਕਿਸੇ ਆਫਿਸਰ ਨੂੰ ਵੀ ਨਾ ਪਤਾ ਹੋਵੇ ਕਿ ਨਾਲ RDX ਲੈ ਕੇ ਜਾ ਰਹੇ ਨੇ, ਉਹ ਤੇ ਆਪਣੇ ਵੱਲੋਂ ਡਰੱਗਸ 'ਚੋਂ ਪੈਸੇ ਖਾਂਦਾ ਹੋਵੇ। ਇਹ ਸਾਰੀਆਂ ਚੀਜ਼ਾਂ ਜੁੜੀਆਂ ਨੇ ਕਿਉਂਕਿ ਇਹ ਜਿਹੜਾ ਪਾਕਿਸਤਾਨ ਦੇ ਥਰੂ ਇਹ ਸਾਰੀਆਂ ਚੀਜ਼ਾਂ ਮੂਵ ਹੋ ਰਹੀਆਂ ਨੇ। ਤੇ ਇਸ ਕਰਕੇ ਇਹ ਇਸ ਵੇਲੇ ਕਰਪਸ਼ਨ ਜਦੋਂ ਆਉਂਦੀ ਹੈ ਨਾ, ਉਹ ਪੂਰੇ ਦੇ ਪੂਰੇ ਸਿਸਟਮ ਨੂੰ ਤੋੜਨਾ ਸ਼ੁਰੂ ਕਰ ਦਿੰਦੀ ਹੈ, ਉਹ ਪੂਰਾ ਦਾ ਪੂਰਾ ਸਿਸਟਮ 'ਚ ਲੀਕੇਜ ਬਣਾ ਦਿੰਦੀ ਹੈ। ਤੇ ਮੈਨੂੰ ਲੱਗਦਾ ਇਸ ਵੇਲੇ ਫੰਡਾਮੈਂਟਲੀ ਜਿਹੜੀ ਪੁਲਿਸ ਦੇ ਵਿੱਚ ਕਰਪਸ਼ਨ ਹੈ ਉਹਦੇ ਉੱਤੇ ਨਕੇਲ ਕੱਸਣ ਦੀ ਲੋੜ ਹੈ। ਜਿਵੇਂ ਆਪਾਂ ਉਦੋਂ ਵੀ ਗੱਲ ਕੀਤੀ ਕਿ ਪੁਲਿਸ ਆਫਿਸਰਸ ਆਪ ਹੀ ਟ੍ਰੇਨਿੰਗ ਅਕੈਡਮੀ ਦੇ ਵਿੱਚ ਜੇ ਪੁਲਿਸ ਆਫਿਸਰ ਜਵਾਨਾਂ ਨੂੰ ਡਰੱਗਸ ਦੀ ਲੱਤ ਲਾ ਰਿਹਾ ਹੈ, ਅਲੱਗ-ਅਲੱਗ ਤਰ੍ਹਾਂ ਦੇ ਨਸ਼ਿਆਂ ਦੀ ਲੱਤ ਲਾ ਰਿਹਾ ਹੈ, ਜੇ ਕੋਈ ਨਿੰਬੂ ਦੇ ਵਿੱਚ ਕਰਪਸ਼ਨ ਕਰਦਾ ਪਿਆ ਹੈ, ਇਹ ਸਾਰੀਆਂ ਚੀਜ਼ਾਂ ਨਾ ਬਹੁਤ ਹੀ ਸਿਸਟਮਿਕ ਪ੍ਰੋਬਲਮ ਦੀ ਵੱਲ ਦੇ ਰਹੀਆਂ ਨੇ, ਵਿਚ ਇਜ਼ ਵੈਰੀ ਵੈਰੀ ਡੇਂਜਰਸ। ਆਪਾਂ ਕਈ ਵਾਰੀ ਹੱਸ ਦਿੰਦੇ ਜੀ ਨਿੰਬੂ ਦੀ ਚੋਰੀ ਕਰਦਾ ਫੜਾ ਗਿਆ, ਇਹ ਵੀ ਗੱਲ ਕੈਜੂਅਲੀ ਵੀ ਕੀਤੀ ਜਾ ਸਕਦੀ ਹੈ। ਕਰਪਸ਼ਨ ਨੂੰ ਅਸੀਂ ਅਸੈਪਟ ਕਰ ਲਿਆ। ਇਸ ਕਰਪਸ਼ਨ ਨੇ ਸਾਨੂੰ ਕਿੰਨਾ ਖਤਰੇ 'ਚ ਪਾਤਾ ਸੀ ਇਹ ਨਹੀਂ ਸੋਚਦੇ। ਡਰੱਗਸ ਕਰਪਸ਼ਨ ਦਾ ਨਤੀਜਾ। ਜੇ ਅੱਜ ਪੁਲਿਸ ਵਾਲੇ ਇਮਾਨਦਾਰ ਹੋਣ, ਸਾਡੀ ਜਿਹੜੀ ਪੋਲੀਟੀਸ਼ੀਅਨ ਇਮਾਨਦਾਰ ਹੋਣ, ਡਰੱਗਸ ਦੀ ਇਹੋ ਜਿਹੀ ਪ੍ਰੋਬਲਮ ਨਾ ਰਹੇ। ਜੇ ਅੱਜ ਪੁਲਿਸ ਵਾਲੇ ਇਮਾਨਦਾਰ ਹੋਣ, ਪੋਲੀਟੀਸ਼ੀਅਨ ਇਮਾਨਦਾਰ ਹੋਣ, ਉਹਨਾਂ ਦੀ ਨੀਤ ਨੇਕ ਹੋਵੇ, ਤੇ ਅੱਜ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਵੀ ਨਾ ਹੋਵੇ। ਇਹ ਸਾਰੀਆਂ ਕਰਪਸ਼ਨ ਤੋਂ ਤੇ ਲਾਲਚ ਤੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ। ਤੇ ਇਸ ਵੇਲੇ ਭਗਵੰਤ ਮਾਨ ਗੌਰਮੈਂਟ ਨੂੰ ਇਹ ਚੀਜ਼ ਨੂੰ ਬੜਾ ਡੀਪਲੀ ਸਮਝਣ ਦੀ ਲੋੜ ਹੈ ਕਿ ਜਿੰਨਾ ਤੱਕ ਉਹ ਇਮਾਨਦਾਰ ਆਫਿਸਰਸ ਨੂੰ ਇਨਸੈਂਟੀਵਾਈਜ਼ ਨਹੀਂ ਕਰਦੇ, ਉਹਨਾਂ ਨੂੰ ਸਹੀ ਪੋਜੀਸ਼ਨ ਤੇ ਜਾਂ ਸਹੀ ਪਾਵਰ ਵਾਲੀ ਪੋਜੀਸ਼ਨ ਤੇ ਨਹੀਂ ਪਾਉਂਦੇ, ਇਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ। ਸਰ, ਜੋ ਖਬਰ ਸਾਹਮਣੇ ਆ ਰਹੀ ਹੈ ਕਿ ਦੋ ਨੌਜਵਾਨਾਂ ਨੂੰ ਡਿਟੇਨ ਕੀਤਾ ਗਿਆ ਹੈ ਸ਼ੱਕ ਦੇ ਬਿਨਾਂ ਤੇ, ਇਹ ਕਿੰਨੀ ਕੁ ਵਰੀਸਮ ਸਿਚੁਏਸ਼ਨ ਹੈਗੀ ਹੈ ਕਿ ਟੈਰਰ ਗਰੁੱਪਸ ਵੱਲੋਂ ਜਿਹੜਾ ਸਾਡਾ ਰਿਸੋਰਸ ਹੈ ਯੂਥ, ਉਹਨਾਂ ਨੂੰ ਇੰਨਾ ਈਜ਼ੀਲੀ ਲਿਓਰ ਕੀਤਾ ਜਾ ਰਿਹਾ? ਗੁਰਲੀਨ, ਆਪਾਂ ਕਿੰਨੀ ਵਾਰੀ ਆਪੇ ਗੱਲ ਕੀਤੀ, ਜਿਹੜੇ ਬੱਚੇ ਡਰੱਗਸ 'ਚ ਇਨਵੋਲਵ ਨੇ, ਰਾਈਟ, ਜਿਹੜੇ ਬੱਚਿਆਂ ਦਾ ਤੁਸੀਂ ਉਹਨਾਂ ਦਾ ਮਾਈਂਡ ਵਾਸ਼ ਕਰਨਾ ਵੀ ਆਸਾਨ ਹੈ। ਉਹਨਾਂ ਨੂੰ ਇਹ ਦੱਸਣਾ ਕਿ ਬਈ ਤੁਹਾਡੇ ਉੱਤੇ ਅਤਿਆਚਾਰ ਹੋ ਰਿਹਾ, ਉਹਨਾਂ ਨੂੰ ਵਿਕਟਿਮ ਦਾ ਕਾਰਡ ਪਲੇ ਕਰਨਾ ਬੜਾ ਆਸਾਨ ਹੈ। ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਜਿਹੜੇ ਬੱਚੇ ਅੱਜ ਤੁਸੀਂ ਪਿੰਡਾਂ 'ਚ ਜਾਓ, ਪਹਿਲਾਂ ਬਜ਼ੁਰਗ ਬੈਠੇ ਹੁੰਦੇ ਸੀ ਬੋਰਡ ਦੇ ਪੇੜ ਥੱਲੇ, ਅੱਜ ਜਵਾਨ ਬੈਠੇ ਹੋਏ ਨੇ, ਨਸ਼ਾ ਕਰਦੇ ਪਏ ਨੇ। ਇਹ ਸੀਨ ਤੁਹਾਨੂੰ ਆਮ ਪਿੰਡਾਂ 'ਚ ਜਾਂ ਕਈ ਮੁਹੱਲਿਆਂ 'ਚ, ਗਲੀ ਮੁਹੱਲਿਆਂ 'ਚ ਵੀ ਦਿਖ ਜਾਏਗਾ ਅੱਜ ਦੀ ਡੇਟ 'ਚ। ਡਾਇਰੈਕਸ਼ਨਲੈਸ ਹੋ ਰੱਖੇ ਨੇ। ਉਹਦੇ ਲਈ ਰਿਸਪੌਂਸਿਬਲ ਕੌਣ ਹੈ? ਗੌਰਮੈਂਟ ਦਾ ਉਹਦੇ ਵਿੱਚ ਇੱਕ ਮੇਜਰ ਰੋਲ ਹੈ। ਮੈਂ ਨਹੀਂ ਕਹਿੰਦਾ ਕਿ ਹੁਣ ਆਪਾਂ ਇਹਨੂੰ ਆਮ ਆਦਮੀ ਪਾਰਟੀ ਦੇ ਸਿਰ ਦੇ ਉੱਤੇ ਮੜ ਦਈਏ, ਕਿਉਂਕਿ ਇਹ ਪਿਛਲੇ 2-3 ਦਸ਼ਕਾਂ ਤੋਂ ਅਸੀਂ ਇਸ ਸਿਚੁਏਸ਼ਨ ਤੱਕ ਪਹੁੰਚੇ ਹਾਂ। ਸਾਡੀ ਜਿਹੜੀ ਖੇਤੀ ਦੀ ਪ੍ਰੋਡਕਟਿਵਿਟੀ ਆ ਉਹ ਡਾਊਨ ਜਾ ਰਹੀ ਹੈ, ਰਾਈਟ। ਹੈਲਥ ਜਿਹੜੀ ਸਾਡੀ ਜ਼ਮੀਨ ਦੀ ਉਹ ਖਰਾਬ ਹੋ ਰਹੀ ਹੈ। ਐਜੂਕੇਸ਼ਨ ਕੁਆਲਿਟੀ ਬਿਲਕੁਲ ਲੋ ਹੈ। ਬੱਚਾ ਤਾਂ ਸੋਚ ਕੇ ਬੈਠਾ ਮੈਂ ਇੱਕ ਦਿਨ ਬਾਹਰ ਚਲੇ ਜਾਣਾ, ਪੂਰਾ ਦਾ ਪੂਰਾ ਪੰਜਾਬ ਕੈਨੇਡਾ ਜਾਣ ਦੀ ਤਿਆਰੀ ਵਿੱਚ ਬੈਠਾ ਹੋਇਆ। ਇਹ ਬੜੀ ਅਨਫੋਰਚੂਨੇਟ ਸਟੇਟ ਹੈ। ਉਸ ਤੋਂ ਇਲਾਵਾ ਉਸ ਬੱਚੇ ਨੂੰ ਇਹ ਵਰਗਲਵਾਨਾ, ਜਿਹੜਾ ਬੱਚਾ ਆਲਰੇਡੀ ਨਸ਼ੇ ਕਰਦਾ ਪਿਆ, ਡਾਇਰੈਕਸ਼ਨਲੈਸ ਹੈ, ਉਹਦੇ ਵਿੱਚ ਕਮਿਊਨਲ ਡਿਵਾਈਡ ਪੈਦਾ ਕਰਨਾ ਕਿ ਬਈ ਤੁਸੀਂ ਇਸ ਧਰਮ ਤੋਂ ਇਹ ਤੁਹਾਡੇ ਦੁਸ਼ਮਣ ਨੇ, ਇਹ ਵੀ ਉਹਨੂੰ ਸਮਝਾਉਣਾ ਬੜਾ ਆਸਾਨ ਕੰਮ ਹੈ। ਇਸ ਕਰਕੇ ਸਾਡੇ ਯੂਥ ਨੂੰ ਕਰੀਅਰ ਓਰੀਐਂਟਡ, ਮਿਹਨਤੀ, ਸਿੰਸੀਅਰ ਬਣਾਉਣ ਦੇ ਉੱਤੇ ਵੀ ਗੌਰਮੈਂਟ ਨੂੰ ਫੋਕਸ ਕਰਨ ਦੀ ਲੋੜ ਹੈਗੀ ਆ। ਤੇ ਯੂਥ ਜਿਹੜਾ ਹੁੰਦਾ, ਜਿਹੜਾ ਡਾਇਰੈਕਸ਼ਨਲੈਸ ਯੂਥ ਹੈ, ਉਹ ਜੋ ਤੁਹਾਡਾ ਅਸੈਟ ਬਣ ਸਕਦਾ ਸੀ, ਉਹ ਦੁਸ਼ਮਣ ਦੇ ਹੱਥ ਵਿੱਚ ਅਸੈਟ ਬਣ ਜਾਂਦਾ ਜੀ। ਜਿਹੜੇ ਬੱਚੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਪਈ, ਉਹਨੂੰ ਤੁਸੀਂ 10-20 ਹਜ਼ਾਰ ਰੁਪਏ ਦੇ ਕੇ ਜੋ ਮਰਜ਼ੀ ਚੀਜ਼ ਸਮਗਲ ਕਰਾ ਲਓ। ਕਈ ਵਾਰੀ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਿ ਇਹਦਾ ਯੂਜ਼ ਕੀ ਹੋਣਾ, ਅਸੀਂ ਕਿਸ ਚੀਜ਼ ਲਈ ਜਾ ਰਹੇ ਹਾਂ। ਸ਼ੌਕੀਆ ਹੀ ਉਹ ਨਸ਼ੇ ਕਰੀ ਜਾ ਰਹੇ ਨੇ। ਸਾਡੇ ਕਲਚਰ 'ਚ ਵੀ ਕਿਹੋ ਜਿਹਾ ਸਿਸਟਮ ਹੈ ਕਿ ਆਪਾਂ ਥੋੜ੍ਹੇ ਬਹੁਤ ਨਸ਼ੇ ਨੂੰ ਤਾਂ ਨਸ਼ਾ ਮੰਨਦੇ ਹੀ ਨਹੀਂ ਪਏ। ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਗਿਆ ਕਿ ਕੰਪਰੀਹੈਂਸਿਵ ਪਲਾਨ ਫੋਕਸ ਹੋ ਕੇ ਪੰਜਾਬ ਸਰਕਾਰ ਕੋ ਤੇ ਬਿਲਕੁਲ ਹੀ ਆਪਸ਼ਨ ਹੀ ਨਹੀਂ ਹੈ ਕਿ ਉਹ ਹੁਣ ਕੋਈ ਵੀ ਪੋਲੀਟੀਕਲ ਚੀਜ਼ਾਂ ਵੱਲ ਧਿਆਨ ਦੇ ਪਾਵੇ। ਉਹਨਾਂ ਨੂੰ ਬਸ ਆਪਣਾ ਸਿਰ ਥੱਲੇ ਕਰਕੇ ਪੰਜਾਬ ਦੀ ਤਰੱਕੀ ਵੱਲ, ਪੰਜਾਬ ਇਸ ਵੇਲੇ ਇਸ ਸਟੇਟ ਤੇ ਹੈ ਕਿ ਹੁਣ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਯੋਂਡ ਪੂਰਾ ਪੰਜਾਬ ਵਿਲ ਬੀ ਇਨ ਲੋਟ ਆਫ ਟਰਬਲ। ਇੱਕ ਪਾਸਿਓਂ ਸਾਡੀ ਹੈਲਥ ਵਾਲੇ ਪਾਸਿਓਂ, ਸਾਡੀ ਐਜੂਕੇਸ਼ਨ ਵਾਲੇ ਪਾਸਿਓਂ, ਲਾਅ ਐਂਡ ਆਰਡਰ ਹਰ ਪਾਸਿਓਂ, ਇਕਨੋਮਿਕ ਵਾਈਜ਼ ਆਲਸੋ ਵੀ ਤੁਸੀਂ ਸਮਝ ਲਓ ਆਪਾਂ ICU 'ਚ ਪਏ ਹੋਏ ਹਾਂ ਜੀ। ਹੁਣ ਪੰਜਾਬ ਨੂੰ ਜੇ ਤੁਸੀਂ ICU 'ਚ ਕੱਢਣਾ ਤਾਂ ਬਾਕੀ ਸਾਰੀਆਂ ਡਿਸਟਰੈਕਸ਼ਨਸ ਤੋਂ ਤੁਹਾਨੂੰ ਹਟਣਾ ਪਏਗਾ। ਸਰ, ਇਸ ਦੇ ਨਾਲ ਹੀ ਬੀਜੇਪੀ ਲੀਡਰ ਤੇਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੇ ਕਾਫੀ ਚਰਚਾ ਹੋ ਰਹੀ ਸੀ। ਹੁਣ ਉਹਨਾਂ ਨੂੰ ਰਾਹਤ ਮਿਲੀ ਹੈ, ਇੰਟਰਿਮ ਰਿਲੀਫ। ਕੋਰਟ ਨੇ ਸਟੇ ਆਰਡਰ ਲਾਇਆ ਉਹਨਾਂ ਦੀ ਗ੍ਰਿਫਤਾਰੀ ਤੇ ਜੁਲਾਈ 5 ਤੱਕ। ਦੇਖੋ, ਇਹ ਵਾਲੇ ਮੁੱਦੇ ਜ਼ਰੂਰੀ ਨਹੀਂ ਨੇ ਹੁਣ ਪੰਜਾਬ ਲਈ। ਇਹੋ ਹੀ ਗੱਲ ਆਪਾਂ ਹਮੇਸ਼ਾ ਕੀਤੀ ਹੈ। ਠੀਕ ਹੈ, ਮਿਸਟਰ ਬੱਗਾ ਸਾਡੇ ਲਈ ਇੱਕ ਇੰਪੋਰਟੈਂਟ ਇਸ਼ੂ ਨਹੀਂ ਹੈ। ਲਾਅ ਐਂਡ ਆਰਡਰ, ਡਰੱਗਸ, ਸੈਪਰੇਟਿਜ਼ਮ, ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਤੇ ਜੇ ਉਹਨਾਂ ਨੂੰ 5 ਜੁਲਾਈ ਤੱਕ ਮਿਲਿਆ, ਉਹਨਾਂ ਦੇ ਕੇਸ 'ਚ ਕੁਛ ਮੈਰਿਟ ਹੋਏਗੀ। ਇਹ ਜਿਹੜਾ ਜੋ ਵੀ ਐਪੀਸੋਡ ਹੋਇਆ, ਇਹ ਪੰਜਾਬ ਪੁਲਿਸ ਲਈ ਹੈਜ਼ ਬੀਨ ਕੁਆਇਟ ਐਂਬੈਰੇਸਿੰਗ, ਸਾਡੀ ਗੌਰਮੈਂਟ ਲਈ ਹੈਜ਼ ਬੀਨ ਕੁਆਇਟ ਐਂਬੈਰੇਸਿੰਗ। ਮੈਂ ਕਹਿੰਦਾ ਐਂਡ 'ਚ ਤੁਸੀਂ ਸਹੀ ਵੀ ਨਿਕਲ ਆਓ,
ਐਂਡ ਇਟ ਮਾਈਟ ਬੀ ਪ੍ਰੂਵਨ ਹੀ ਡਿਜ਼ਰਵ ਟੂ ਬੀ ਟੇਕਨ ਇਨ, ਜੀ ਬਟ ਅੱਜ ਤੁਸੀਂ ਪੰਜਾਬ ਪੁਲਿਸ ਨੂੰ ਬੈਕਫੁੱਟ ਤੇ ਪਾਤਾ ਹੈ। ਮੈਂ ਰਿਕੁਐਸਟ ਕਰੂੰਗਾ ਅਗੇਨ ਭਗਵੰਤ ਮਾਨ ਜੀ ਨੂੰ, ਲੈਟਸ ਫੋਰਗੇਟ ਅਬਾਊਟ ਦੋਸ ਥਿੰਗਸ ਵਿਲ ਬੀ ਟੇਕਨ ਕੇਅਰ ਆਫ ਲੇਟਰ ਔਨ। ਹਜੇ ਜਿਹੜਾ ਇਨਫਰਾਸਟ੍ਰਕਚਰ, ਲਾਅ ਐਂਡ ਆਰਡਰ, ਸੁਖ ਸ਼ਾਂਤੀ, ਸਿਕਿਉਰਿਟੀ, ਰਾਈਟ, ਇਕਨੋਮਿਕ ਡਿਵੈਲਪਮੈਂਟ, ਇਹ ਸਾਡੇ ਲਈ ਇੰਪੋਰਟੈਂਟ ਚੀਜ਼ਾਂ ਹੈਗੀਆਂ। ਬਿਜਲੀ ਦੀ ਆਪੂਰਤੀ ਹੋਵੇ, ਇੱਥੇ ਫੈਕਟਰੀਆਂ ਲੱਗਣ, ਇੱਥੇ ਮੈਨੂਫੈਕਚਰਿੰਗ ਹੋਵੇ, ਰਾਈਟ, ਸਾਡੀ ਜਿਹੜੀ ਖੇਤੀ ਆ ਉਹ ਆਰਗੈਨਿਕ ਹੋਵੇ, ਹੈਲਦੀ ਹੋਵੇ, ਪ੍ਰੋਡਕਟਿਵਿਟੀ ਵਧੇ, ਸਾਡੇ ਕਿਸਾਨ ਦੀ ਇਨਕਮ ਵਧੇ, ਸਾਡੇ ਯੂਥ ਨੂੰ ਬੈਸਟ ਕੁਆਲਿਟੀ ਐਜੂਕੇਸ਼ਨ ਮਿਲੇ, ਆਪਸ 'ਚ ਭਾਈਚਾਰਾ ਵਧੇ। ਦੇਖੋ ਜੇ ਦੋ ਆਲਮੋਸਟ ਮੈਜੋਰਿਟੀ ਕਮਿਊਨਿਟੀ ਨੇ, ਆਪਾਂ ਇੱਥੇ ਹਿੰਦੂ ਕਮਿਊਨਿਟੀ ਇਜ਼ ਨਾਟ ਮਿਨੋਰਿਟੀ, ਇਟ ਇਜ਼ ਸੈਕੰਡ ਮੈਜੋਰਿਟੀ। ਜੇ ਇੱਕ ਦੀ ਪੋਪੂਲੇਸ਼ਨ 54% ਹੈ ਤੇ ਦੂਜੇ ਦੀ ਜੇ 44% ਹੈ, ਉਹਨੂੰ ਤੁਸੀਂ ਮਿਨੋਰਿਟੀ ਨਹੀਂ ਕਹਿ ਸਕਦੇ। that is the second majority of that state. So we need to be smart ਕਿ ਜੋ ਦੋ ਮੇਜਰ ਕਮਿਊਨਿਟੀਜ਼ ਦੀ ਆਪਸ ਦੇ ਵਿੱਚ ਸੁਖ ਸ਼ਾਂਤੀ ਬਹੁਤ ਜ਼ਰੂਰੀ ਹੈ ਤੇ ਉਹ ਰਹੀ ਆ। ਤੇ ਮੈਂ ਉਦੋਂ ਵੀ ਗੱਲ ਕੀਤੀ ਐਤਕੀ ਸਾਡੀ ਜਨਤਾ ਬੜਾ ਵਧੀਆ ਰਿਸਪੌਂਸ ਦੇ ਰਹੀ ਆ। ਗਵਰਨਮੈਂਟ ਅਦਾਰਿਆਂ ਤੋਂ ਜ਼ਿਆਦਾ ਵਧੀਆ ਜਿਹੜੇ ਸਿਵਿਕ ਸੁਸਾਇਟੀ ਦੇ ਲੋਕੀ ਨੇ ਉਹ ਇਕੱਠੇ ਹੋ ਕੇ ਉਹ ਗੁਰਦੁਆਰੇ ਤੋਂ ਸ਼ੁਰੂ ਕਰਦੇ ਨੇ, ਮੰਦਿਰ ਤੋਂ ਆਪਣੀ ਯਾਤਰਾ ਖਤਮ ਕਰਦੇ ਪਏ ਨੇ। ਇਹ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਕਿਸੇ ਦੇ ਬਰਗਲਾਵੇ 'ਚ ਨਾ ਆਈਏ, ਅਸੀਂ ਆਪਣੇ ਆਪ ਨੂੰ ਵਿਕਟਮ ਨਾ ਸਮਝੀਏ, ਨਾ ਹਿੰਦੂ ਕਮਿਊਨਿਟੀ ਸਮਝੇ ਨਾ ਹੀ ਸਿੱਖ ਕਮਿਊਨਿਟੀ ਸਮਝੇ ਜੀ। ਤੇ ਅਸੀਂ ਦੋਨੇ ਕਮਿਊਨਿਟੀਜ਼ ਹੀ ਮੈਜੋਰਿਟੀ ਨੇ ਇੱਥੇ। ਇਹ ਸਾਡਾ ਸਾਂਝਾ ਪੰਜਾਬ ਹੈਗਾ ਤੇ ਅਸੀਂ ਉਸ ਸਾਂਝਾ ਸੱਭਿਆਚਾਰ ਹੈ ਉਹਨੂੰ ਲੈ ਕੇ ਚੱਲੀਏ। ਅਸੀਂ ਗਵਰਨਮੈਂਟ ਦਾ ਸਭ ਤੋਂ ਵੱਡੀ ਫੋਰਸ ਅਸੀਂ ਬਣ ਸਕਦੇ ਹਾਂ। ਪੁਲਿਸ ਫੋਰਸ ਹੈਗੀ ਆ, ਸਿਕਿਉਰਿਟੀ ਫੋਰਸ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਹੈਗੀ ਆ, ਬਟ ਸਭ ਤੋਂ ਵੱਡੀ ਫੋਰਸ ਅਸੀਂ ਆਪ ਹਾਂ। ਅਸੀਂ ਆਪਣੇ ਤੇ ਵੀ ਜ਼ਿੰਮੇਵਾਰੀ ਚੁੱਕੀਏ ਕਿ ਇਹੋ ਜਿਹੇ ਇਨਸੀਡੈਂਟਸ ਜਿਹੜੇ ਹੈ ਨਿਫੈਰੀਅਸ ਇਰਾਦੇ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣਾਂ ਦੇ, ਅਸੀਂ ਉਹਨਾਂ ਨੂੰ ਪੂਰਾ ਹੋਣ ਹੀ ਨਹੀਂ ਦੇਣਾ। ਤੇ ਪੁਲਿਸ ਨੂੰ ਜਿਹੜੀਆਂ ਫੋਰਨ ਬੇਸਡ ਵੀ ਜਿਹੜੀਆਂ ਜਿਵੇਂ ਸਿੱਖ ਫॉर ਜਸਟਿਸ ਨਾਮ ਤੇ ਉਹਨਾਂ ਨੇ ਸਿੱਖ ਫॉर ਜਸਟਿਸ ਰੱਖਿਆ, ਪਰ ਸਾਰੇ ਇਨਜਸਟਿਸ ਵਾਲੇ ਕੰਮ ਕਰਦੇ ਪਏ ਨੇ। ਇਹਨਾਂ ਦੇ ਉੱਤੇ ਗਵਰਨਮੈਂਟ ਨੂੰ ਸਟਰੋਂਗ ਐਕਸ਼ਨ ਲੈਣ ਦੀ ਲੋੜ ਹੈ। ਇਹਨਾਂ ਦੀ ਫੰਡਿੰਗ ਰੁਕਵਾਉਣ, ਪੁਲਿਸ ਭਾਵੇਂ USA ਨਾਲ ਗੱਲ ਕੀਤੀ ਜਾਵੇ, ਇੰਡੀਆ ਦੀ ਅੱਜ ਇੱਕ ਪਹੁੰਚ ਹੈ ਤੇ ਇੰਡੀਆ ਨੂੰ ਉਸ ਆਪਣੀ ਪਹੁੰਚ ਨੂੰ ਯੂਜ਼ ਕਰਕੇ ਜਿਹੜੇ ਵੀ ਲੋਕੀ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਪਏ ਨੇ ਉਹਨਾਂ ਨੂੰ ਕੰਫਰਟੇਬਲ ਨਹੀਂ ਹੁੰਦੇ ਨਾ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਕੈਨੇਡਾ ਬੈਠੇ ਹਾਂ, US ਬੈਠੇ ਸੇਫ ਹੈ ਤੇ ਇੰਡੀਆ ਸ਼ੁੱਡ ਇਨਸ਼ੋਰ ਕਿ ਉਹ ਸੇਫ ਫੀਲ ਕਰਨਾ ਬੰਦ ਕਰ ਦੇਣ। ਅਗਲੇ ਸੈਗਮੈਂਟ ਵੱਲ ਚੱਲਦੇ ਹਾਂ ਸਰ। ਨੈਸ਼ਨਲ ਅਪਡੇਟਸ। ਸੈਂਟਰ ਵਿਲ ਰੀ-ਐਗਜ਼ਾਮਿਨ ਐਂਡ ਰੀਕਨਸਿਡਰ ਸੈਡੀਸ਼ਨ ਲਾਅ। What exactly this sedition law is all about and why successive government defended this section 124A? जो हमारे लॉज हैं they are all part of the colonial legal system. ये वो लॉज थे जो अंग्रेज़ों ने एक गुलाम पॉपुलेशन को कंट्रोल करने के लिए बनाए। उन्होंने ये दिखाने के लिए कि वी आर फेयर पीपल, हम एज पर रूल्स चलते हैं। उन्होंने एक लॉ बुक बना दी, पर वो लॉ इतने ड्रैकोनियन और इतने ग्रे एरियाज थे उसमें कि आप क्योंकि वो एक गुलाम पॉपुलेशन को कंट्रोल कर रहे थे कि आप किसी को भी उसको हिरासत में ले पाओ। अब ये जो सेडिशन लॉ है इसके अंदर इतना वाइड स्कोप है कि आप किसी की लिखी हुई पोएम को भी सेडिशन बोल सकते हैं, राइट। तो किसी भी ट्वीट को आप सेडिशन के अंदर आप डाल सकते हैं। कोई अगर मंत्र पढ़ेगा तो उसको भी आप सेडिशन में डाल सकते हैं। तो जब लॉ ही गलत है और जो अंग्रेजों ने एक गुलाम, वो अपने देश की पॉपुलेशन के लिए नहीं है। आज हम सब इंडिया का पार्ट है। आज जब हम इंडिया के लिए बोलें तो जब सच बोलते हैं तो कोई ना कोई तो अनकंफर्टेबल होता है। हमारी सरकारें अनकंफर्टेबल होंगी, पर अब लॉ ऐसे बनानी चाहिए जो अपने ही लोगों के लिए, उस हिसाब से कि भी ये हमारे लोग हैं, इनको कैसे मैनेज करना है। जस्ट बिकॉज कोई बात अनकंफर्टेबल है आप सेडिशन लॉ लगा के उसको अंदर कर दो और उसकी आवाज़ दबाओ। और आप देखेंगे ज़्यादातर सेडिशन की जो FIRs या बेसिकली जो भी केस दर्ज होते हैं उसके अंदर चार्जशीट होते नहीं है ज़्यादातर में, क्योंकि वो बनता ही नहीं है। तो सिर्फ सेडिशन लॉ ही नहीं, और भी कई लॉज पे इंडियन गवर्नमेंट को देखने की ज़रूरत है कि अब हम लोग अपनी सरकार चला रहे हैं। अब हम अंग्रेज़ों के गुलाम नहीं हैं और ये लॉ बुक्स अंग्रेज़ों की, आप देख लो हमारे कितने पिनल कोड के अंदर धाराएं हैं जो 1905 की, 1870 की, 1890 की, वो पिनल कोड बने हुए थे कि जब आप एक दूसरी कंट्री में रूल कर रहे हो तो वहाँ पे कैसे चलाने हैं। वो फेयर है ही नहीं, वो तो जो रूलर्स के हाथ में है। इसी वजह से तो लोग पुलिस से इतना डरते हैं, क्योंकि उनके हाथ में ऐसी पिनल कोड्स हैं जो अंग्रेज़ों उनको देके गए हुए हैं। तो पुलिस रिफॉर्म्स की भी ज़रूरत है और पिनल कोड्स को भी जो करंट जूरिस्प्रूडेंस, जो करंट ह्यूमन वैल्यूज़ हैं, जो ह्यूमन राइट्स हैं, उसके बेसिस पे ये चीज़ें करनी चाहिए। सर, इस लॉ के तहत ही इज क्रिएटिंग डिसअफेक्शन और डिससेटिस्फेक्शन इज एक्चुअली अ क्राइम। सो गुरलीन, आई थिंक आप ये पूछना चाह रहे हैं कि अगर कोई अपनी डिससेटिस्फेक्शन किसी भी गवर्नमेंट रूल के अगेंस्ट करता तो क्या वो क्राइम है? जी।
ऑफ कोर्स इट इज़ नॉट अ क्राइम एंड यू हैव योर ओपिनियन, एज लॉन्ग एज उससे वायलेंस नहीं शुरू होती है, राइट? मैं अगर ये बोलूँ कि भाई हम सड़कों पे आ जाएंगे, हम ये चीज़ नहीं होने देंगे, यू हैव एवरी राइट टू प्रोटेस्ट इन डेमोक्रेसी, तो ये क्राइम्स नहीं है। तो मैं इसीलिए कह रहा हूँ कि उस टाइम पे जब हमारे स्वतंत्रता सेनानी सड़कों पे आते थे उनके रूल्स के खिलाफ, तो उनको देशद्रोह के मामले में अंदर कर दिया जाता था। आज तो हम अपने देश के लिए आ रहे हैं, हमारी अपनी सरकारें, हम अपने लोग हैं। तो ये प्राइम मिनिस्टर नरेंद्र मोदी का ये बहुत ही अच्छा मेरे को लगता है इनिशिएटिव है कि वो उसको रिव्यू करें। और सिर्फ जैसा अभी हमने बोला कि ऐसे बहुत से लॉज हैं जिनका मिसयूज करना बहुत आसान है। और अभी हम एक और बात कर रहे थे कि जब आप सच की खोज में जाओगे, जब आप सच की तह तक जाने की कोशिश करोगे, तो उस डिस्कशन में एक दूसरे को पुश करना पड़ता है, एक दूसरे के साथ रूड होना पड़ता है, अनकंफर्टेबल सिचुएशन क्रिएट करनी पड़ती है, तभी तो सच बाहर आएगा। अगर हम सबकी हाँ में हाँ मिलाते रहेंगे तो दुनिया तरक्की कैसे करेगी? फिर तो जो रूल पावर में वही पावर में रहेंगे और कोई चेंज नहीं आएगा। लोग सवाल कैसे करेंगे? सर, कांग्रेस के रणदीप सुरजेवाला का कहना है कि इंडियन रुपी इज़ इन स्टेट ऑफ आईसीयू अंडर पीएम मोदी रूल, और राहुल गांधी जी ने ट्वीट करके पीएम मोदी को हिदायत दी है कि फोकस मोर ऑन इकोनॉमी रादर देन मेकिंग हेडलाइंस। देखो, ये जो रुपी की डीवैल्यूएशन हुई है, अब यहाँ तो गवर्नमेंट ये बोले कि डीवैल्यूएशन हमने जानबूझ के करवाई है, तो सुरजेवाला जी की बात गलत है। पर बिकॉज ऑफ चाहे एक्सटर्नल फैक्टर्स हैं, चाहे हमारी पॉलिसीज हैं, डीवैल्यूएशन वो हो रही है जो हम नहीं चाहते हैं। इट मीन्स वी आर नॉट हैप्पी। अब डीवैल्यूएशन होने के कुछ बेनिफिट भी होते हैं हर चीज़ के। अगर आप एप्रिसिएशन करवाओगे रुपये की, उसके कुछ फ़ायदे नुकसान है, डेप्रिसिएशन कराओगे उसके भी कुछ फ़ायदे नुकसान है। अब हम इंपोर्ट ओरिएंटेड इकोनॉमी है, हमारा इंपोर्ट और एक्सपोर्ट में इंपोर्ट ज़्यादा होता है। तो जब हमारा रुपये डीवैल्यू होता है तो हमारे लिए चीज़ें ज़्यादातर महंगी होंगी, नेट रिजल्ट यही रहेगा। इसीलिए हम अपने आप को डीवैल्यू नहीं करना चाहते। पर अब दूसरे इसमें अपॉर्चुनिटी जो ये निकल के आ सकती है कि जब आपका रुपया सस्ता हो जाता है तो आप कंपिटिटिव होते हो। तो क्या इंडियन गवर्नमेंट हमारे एक्सपोर्टर्स को, हमारे बिजनेसमैन को इतनी मार्केट्स प्रोवाइड कर सकती है, ऐसी सपोर्ट प्रोवाइड कर सकती है कि वो ज़्यादा से ज़्यादा एक्सपोर्ट कर पाएँ यहाँ से? जो भी फॉरेन कंट्रीज़ भी जो यहाँ पे हैं, क्या वो यहाँ पे और मैन्युफैक्चरिंग बढ़ाएं? जैसे प्रोडक्शन लिंक्ड इंसेंटिव प्रोग्राम है, तो हम उस गैप को यहाँ तो कवर कर लें। अगर हम कवर नहीं कर रहे तो रुपये की डेप्रिसिएशन नेट हमारे लिए नुकसानदायक है अभी आज की स्टेट में। बट अगर हम, जैसा राहुल गांधी ने भी अपनी ट्वीट में लिखा, बड़ा मैच्योर ट्वीट लगा वो मेरे को, कि अगर हम उसको एक्सपोर्ट ओरिएंटेड बिजनेस को बढ़ावा दें और अपने नेट डेफिसिट को अगर खत्म कर पाएं, इस हर प्रॉब्लम में एक अपॉर्चुनिटी भी आती है, राइट? तो अगर इस अपॉर्चुनिटी का यूज कर पाए तो अच्छा है। और अगर डेप्रिसिएशन, याद गवर्नमेंट तो देखो जान खुद तो कर नहीं रही है, कई बार कई कंट्रीज क्या करती हैं, अपनी करेंसी को डेप्रिशिएट करती हैं ताकि वो एक्सपोर्ट में ज़्यादा कंपिटिटिव हो। हम ये जानबूझ के नहीं कर रहे हैं। तो गवर्नमेंट को अपनी इकोनॉमिक पॉलिसीज़ को, अब जो करंट सिचुएशन है, हम ये भी नहीं कह रहे कि इसमें सारा इंटायर गवर्नमेंट का फॉल्ट है, ग्लोबल सिचुएशन बहुत फ्लूइड है, तो इस सिचुएशन को बेस्ट इंडिया के बेनिफिट के लिए कैसे यूज़ किया जा सकता है, इस वक्त इंडिया को वो सोचने की ज़रूरत है। सर, आखिरी सवाल पे आते हैं। श्रीलंका की आर्थिक स्थिति की बात करते हैं। श्रीलंका इज फेसिंग वर्स्ट क्राइसिस इन मॉडर्न हिस्ट्री। व्हाट डू यू थिंक अबाउट द सेम? देखो, श्रीलंका एक एग्जाम्पल है कि जहाँ पे डायनेस्टिक पॉलिटिक्स, जहाँ पे एक ही फैमिली हैज़ कंट्रोल ओवर एवरीथिंग, देयर इज़ नो चेक एंड बैलेंसेस, कि वही प्रेसिडेंट है, उसी फैमिली से कोई प्राइम मिनिस्टर है, उसी फैमिली से पुलिस के इंचार्ज हैं, उसी फैमिली से लीगल सिस्टम में उन्हीं के रिलेटिव्स लगे हुए हैं, वही किसी को भी अपॉइंट कर सकते हैं। ओवरऑल एक कंट्री की ऐसी डिग्रेडेशन बहुत रेयरली हमने होते हुए देखी है। आप चाहे उनकी इकोनॉमिक सिचुएशन देख लो, चाहे वहाँ पे लॉ एंड ऑर्डर देख लो, चाहे वहाँ पे सिविल अमेनिटीज़ देख लो, तो करप्शन, जैसा हम हमेशा कहते हैं, करप्शन पूरे के पूरे सिस्टम को तोड़ के रख देती है। इसीलिए करप्शन पे कंट्रोल करना बहुत ज़रूरी है। तो अब सिचुएशन वर्स है, और अब उनके प्राइम मिनिस्टर राजस्पा, उस फैमिली के जो प्राइम मिनिस्टर थे, उन्होंने अपना रिज़ाइन भी डाला है। अब इसमें इंडिया का एक रोल बड़ा इंपॉर्टेंट हो जाता है कि जब ऐसे एक पावर सेंटर में वैक्यूम क्रिएट होता है तो उसको कवर करने के लिए और भी बड़ी बड़ी ग्लोबल पावर्स उसको कवर करेंगी, क्योंकि इंडिया के साउथ स्ट्रेटेजिकली हमारे लिए वो इंपॉर्टेंट जगह है। वहाँ पे चाइनीज़ ओरिएंटेड सिचुएशन ना बन जाए, राइट? चाइना उस वैक्यूम को कवर ना करे, जो नए लोग आएँ वो लोगों की ग्रोथ पे फोकस्ड हो, वो अपने पर्सनल गेन के लिए करो, और वहाँ पे डेमोक्रेसी इस्टेब्लिश रहे। अब ये सब चीज़ें देखने की ज़रूरत है। मेरे को लगता है कि थ्रू IMF
इंडिया, चाइना और जो भी जिन जिन लोगों का वहाँ पे डेट है और स्टेक है, उनको बैठ के वहाँ पे ट्रांसफॉर्मेशन ऑफ गवर्नमेंट, बेसिकली नई गवर्नमेंट को कैसे हैंड ओवर करना है, इन द मीन टाइम जो बेसिक सप्लाईज हैं लोगों की, जो डेली नीड्स हैं वो पूरी होती रहें। ये एक ह्यूमैनिटेरियन सिचुएशन बन गई है, क्योंकि इसको जल्दी सिविल वॉर बनने में टाइम नहीं लगेगा, क्योंकि श्रीलंका की भी हिस्ट्री एक सिविल वॉर की रही है, तमिल वर्सेस श्रीलंकन जो एथनिक ग्रुप्स के अंदर एक सिविल वॉर काफ़ी देर तक चलती रही है, जिसको पूरी ग्लोबल कवरेज मिली है। अब फॉर्चुनेटली वहाँ पे कुछ टाइम पे पीस है, तो ये फिर से सिचुएशन ख़राब ना हो, जो भी रिसोर्सेज हैं उनकी इक्वल एलोकेशन हो हर किसी को, ये सारी चीज़ें इंश्योर करना बहुत ज़रूरी है। और ये एक लेसन है कि कैसे जो गवर्नमेंट की पॉलिसीज़ हैं, दे शुड बी रन बाय साउंड प्रोफेशनल्स। अगर बजट बनाना है तो बजट टॉप प्रोफेशनल्स की या किसी के फैमिली के डाइनिंग टेबल पे बैठ के देश का बजट नहीं बनना चाहिए। सो ये सारी चीज़ें बड़ी इंपॉर्टेंट हैं इसमें। Thank you so much for your views, sir. Stay connected for such deep analysis and meaningful insights. And do not forget to subscribe to our channel and download our app. Thank you.